किताब तूफाना दा शाह असवार शहीद करतार सिंह सराभा। लेखक सरदार अजमेर सिंह। भाग 12वां। आवाज़ भाई गुरचंड सिंह रूपोवाली। अमरीका विच जथेबंदी, अहम फैसले अते आदर्श ते नियम। वाहिगुरू जी का खालसा, वाहिगुरू जी की फतेह। अमरीका अंदर जथेबंदी बनाउण दा सिलसिला इक्को वेले दो अलग-अलग केंद्रां ते अलग-अलग तरीकिਆਂ ਨਾਲ ਚੱਲਿਆ। ਕੈਲੀਫੋਰਨੀਆ ਵਿੱਚ ਜ਼ਿਆਦਾਤਰ ਭਾਰਤੀ ਆਵਾਸੀ ਖੇਤਾਂ ਤੇ ਬਾਗਾਂ ਵਿੱਚ ਕੰਮ ਕਰਦੇ ਸਨ। ਇਹ ਲਗਭਗ ਸਾਰੇ ਪੰਜਾਬੀ ਸਿੱਖ ਕਿਸਾਨ ਸਨ। ਉਹ ਇੱਕ ਦੂਜੇ ਨਾਲੋਂ ਦੂਰ ਦੁਰਾਡੀਆਂ ਥਾਵਾਂ ਤੇ ਰਹਿੰਦੇ ਸਨ, ਜਿਸ ਕਰਕੇ ਉਹਨਾਂ ਦਾ ਆਪਸ ਵਿੱਚ ਮੇਲ ਮਿਲਾਪ ਬਹੁਤਾ ਆਮ ਤੌਰ ਤੇ ਨੇਮਬੱਧ ਨਹੀਂ ਸੀ। ਉਹ ਕਿਸੇ ਵਿਸ਼ੇਸ਼ ਮੌਕੇ ਤੇ ਹੀ ਇਕੱਠੇ ਹੁੰਦੇ ਸਨ। ਸਟਾਕਟਨ ਦਾ ਗੁਰਦੁਆਰਾ ਬਣਨ ਤੋਂ ਪਹਿਲਾਂ ਬਾਬਾ ਜਵਾਲਾ ਸਿੰਘ ਤੇ ਬਾਬਾ ਵਿਸਾਖਾ ਸਿੰਘ ਹੋਰਾਂ ਦਾ ਫਾਰਮ, ਜਿਹੜਾ ਇੱਕ ਤਰ੍ਹਾਂ ਦਾ ਗੈਰ ਰਸਮੀ ਗੁਰਦੁਆਰਾ ਹੀ ਸੀ, ਦੇਸ਼ ਭਾਈਆਂ ਦੇ ਮਿਲਣ ਤੇ ਰਾਜਸੀ ਵਿਚਾਰਾਂ ਕਰਨ ਦਾ ਮੁੱਖ ਅੱਡਾ ਸੀ। ਉੱਥੇ ਹਰ ਸਾਲ ਪੋਹ ਸੁਦੀ 7ਵੀਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਮੁਬਾਰਕ ਦਿਹਾੜੇ ਤੇ ਅਖੰਡ ਪਾਠ ਕੀਤਾ ਜਾਂਦਾ ਸੀ ਅਤੇ 3 ਦਿਨ ਨਿਰੰਤਰ ਧਰਮ ਪ੍ਰਚਾਰ ਤੇ ਰਾਜਸੀ ਵਿਚਾਰ ਚਰਚਾ ਦਾ ਪ੍ਰਵਾਹ ਚੱਲਦਾ ਰਹਿੰਦਾ ਸੀ। ਸਾਰਾ ਵਾਤਾਵਰਣ ਰੂਹਾਨੀ ਰੰਗ ਵਿੱਚ ਰੰਗਿਆ ਜਾਂਦਾ ਸੀ। ਅਕਤੂਬਰ 1912 ਈਸਵੀ ਵਿੱਚ ਜਦ ਸਟਾਕਟਨ ਦਾ ਗੁਰਦੁਆਰਾ ਰਸਮੀ ਰੂਪ ਵਿੱਚ ਆਰੰਭ ਹੋ ਗਿਆ ਸੀ, ਤਾਂ ਵੈਨਕੂਵਰ ਦੇ ਗੁਰਦੁਆਰੇ ਦੀ ਤਰਜ਼ ਤੇ ਹੀ ਉਹ ਅਮਰੀਕਾ ਅੰਦਰ ਰਾਜਸੀ ਸਰਗਰਮੀਆਂ ਦਾ ਧੁਰਾ ਬਣ ਗਿਆ ਸੀ। ਅਮਰੀਕਾ ਦੀਆਂ ਓਰੇਗਨ ਤੇ ਵਾਸ਼ਿੰਗਟਨ ਰਿਆਸਤਾਂ ਵਿੱਚ ਜਥੇਬੰਦੀ ਦਾ ਕੰਮ ਥੋੜਾ ਵੱਖਰੇ ਤਰੀਕੇ ਨਾਲ ਚੱਲਿਆ। ਇਨ੍ਹਾਂ ਰਿਆਸਤਾਂ ਅੰਦਰ ਭਾਰਤੀ ਆਵਾਸੀ ਮੁੱਖ ਤੌਰ ਤੇ ਕੋਲੰਬੀਆ ਦਰਿਆ ਦੇ ਕੰਢਿਆਂ ਤੇ ਉਸਰੇ ਲੱਕੜੀ ਦੇ ਵੱਡੇ ਵੱਡੇ ਕਾਰਖਾਨਿਆਂ ਵਿੱਚ ਕੰਮ ਕਰਦੇ ਸਨ। ਓਰੇਗਨ ਰਿਆਸਤ ਦੇ ਉੱਤਰੀ ਸਿਰੇ ਤੇ ਕੋਲੰਬੀਆ ਦਰਿਆ ਦੇ ਕੰਢੇ ਉੱਤੇ ਲਗਭਗ 175 ਮੀਲ ਤੱਕ ਵਸੇ ਸ਼ਹਿਰਾਂ ਕਸਬਿਆਂ ਵਿੱਚ ਲੱਕੜੀ ਦੀਆਂ ਬਹੁਤ ਸਾਰੀਆਂ ਮਿੱਲਾਂ ਸਨ, ਜਿਨ੍ਹਾਂ ਵਿੱਚ ਕਾਫੀ ਸੰਖਿਆ ਵਿੱਚ ਭਾਰਤੀ ਮਜ਼ਦੂਰ ਕੰਮ ਕਰਦੇ ਸਨ। ਆਮ ਤੌਰ ਤੇ ਉਹ ਇੱਕੋ ਕਾਰਖਾਨੇ ਮਿੱਲ ਵਿੱਚ ਇਕੱਠੇ ਕੰਮ ਕਰਿਆ ਕਰਦੇ ਸਨ। ਮਿੱਲਾਂ ਦਾ ਆਪਸ ਵਿੱਚ ਫਾਸਲਾ ਵੀ ਜ਼ਿਆਦਾ ਨਹੀਂ ਸੀ, ਜਿਸ ਕਰਕੇ ਉਹਨਾਂ ਦਾ ਆਪਸੀ ਮੇਲ ਜੋਲ ਵੱਧ ਸੌਖਾ ਤੇ ਆਮ ਸੀ। ਉਹ ਇਕੱਲੇ ਰਹਿਣ ਦੀ ਬਜਾਏ ਅਕਸਰ ਕਈ ਜਾਣੇ ਰਲ ਕੇ ਸਾਂਝਾ ਮਕਾਨ ਕਿਰਾਏ ਤੇ ਲੈ ਲੈਂਦੇ ਸਨ। ਇੱਕੋ ਸ਼ਹਿਰ ਅੰਦਰ ਉਹਨਾਂ ਦੀਆਂ ਰਿਹਾਇਸ਼ਾਂ ਨੇੜੇ ਹੋਣ ਕਰਕੇ ਉਹ ਆਮ ਹੀ ਹਰ ਐਤਵਾਰ ਨੂੰ ਆਪਸ ਵਿੱਚ ਇਕੱਠੇ ਹੋ ਜਾਂਦੇ ਸਨ। ਕੁਝ ਸ਼ਹਿਰ ਵੀ ਇੱਕ ਦੂਜੇ ਨਾਲੋਂ ਬਹੁਤੀ ਦੂਰੀ ਤੇ ਨਹੀਂ ਸਨ, ਜਿਸ ਕਰਕੇ ਅੱਡ-ਅੱਡ ਸ਼ਹਿਰਾਂ ਵਿੱਚ ਰਹਿਣ ਵਾਲੇ ਦੇਸ਼ ਭਾਈਆਂ ਲਈ ਕਿਸੇ ਵੀ ਵਿਸ਼ੇਸ਼ ਮਕਸਦ ਲਈ ਇੱਕੋ ਜਗ੍ਹਾ ਇਕੱਠੇ ਹੋਣਾ ਜ਼ਿਆਦਾ ਔਖਾ ਨਹੀਂ ਸੀ। ਪ੍ਰੋਫੈਸਰ ਤੇਜਾ ਸਿੰਘ ਤੇ ਭਾਈ ਬਲਵੰਤ ਸਿੰਘ ਖੁਰਦਪੁਰ ਦੇ ਜਥੇ ਨੇ ਸਿਆਟਲ, ਪੋਰਟਲੈਂਡ, ਸੇਂਟ ਜੌਨ ਤੇ ਅਸਟੋਰੀਆ ਆਦਿ ਥਾਵਾਂ ਤੇ ਗੁਰਮਤ ਪ੍ਰਚਾਰ ਦੀ ਲਹਿਰ ਦੇ ਜ਼ਰੀਏ ਅਰਾਸੀ ਲਹਿਰ ਤੇ ਜਥੇਬੰਦੀ ਲਈ ਜ਼ਮੀਨ ਵੱਤਰ ਕਰ ਦਿੱਤੀ ਸੀ। ਹੁਣ ਸਿਰਫ ਬੀਜ ਬੀਜਣ ਦੀ ਲੋੜ ਸੀ। ਇਹ ਕਾਰਜ ਬਾਬਾ ਸੋਹਣ ਸਿੰਘ ਭਕਨਾ, ਭਾਈ ਕੇਸਰ ਸਿੰਘ ਠੱਠਗੜ੍ਹ ਤੇ ਭਾਈ ਕਾਂਚੀ ਰਾਮ ਮੜੌਲੀ ਆਦਿ ਨੇ ਰਲ ਕੇ ਨੇਪੜੇ ਚਾੜਿਆ। ਬਾਬਾ ਭਕਨਾ 19 ਦਿਨੀ ਓਰੇਗਨ ਰਿਆਸਤ ਵਿੱਚ ਮੁਨਾਰਕ ਮਿੱਲ ਤੋਂ ਬਾਅਦ ਲਿੰਟਨ ਮਿੱਲ ਵਿੱਚ ਕੰਮ ਕਰਦੇ ਸਨ। 1912 ਦੀਆਂ ਸਰਦੀਆਂ ਵਿੱਚ ਕ੍ਰਿਸਮਸ ਦੀਆਂ ਛੁੱਟੀਆਂ ਕਰਕੇ ਇਹ ਕਾਰਖਾਨਾ 1 ਮਹੀਨੇ ਲਈ ਬੰਦ ਹੋ ਗਿਆ ਸੀ। ਇਸ ਕਰਕੇ ਬਾਬਾ ਭਕਨਾ ਕੰਮ ਕਰਨ ਲਈ ਅਸਟੋਰੀਆ ਚਲੇ ਗਏ। ਉੱਥੇ ਉਹਨਾਂ ਨੂੰ ਉੱਥੋਂ ਦੀ ਪ੍ਰਸਿੱਧ ਹੈਮੰਡ ਮਿੱਲ ਵਿੱਚ ਕੰਮ ਮਿਲ ਗਿਆ, ਜਿਸ ਵਿੱਚ 200-250 ਦੇ ਕਰੀਬ ਭਾਰਤੀ ਕੰਮ ਕਰਦੇ ਸਨ। ਬਾਬਾ ਭਕਨਾ ਨੇ ਲਿਖਿਆ ਹੈ ਕਿ ਇਹਨਾਂ ਭਾਰਤੀਆਂ ਅੰਦਰ ਭਾਈ ਕੇਸਰ ਸਿੰਘ ਜੀ ਖਾਸ ਸਤਿਕਾਰਯੋਗ ਮੰਨੇ ਜਾਂਦੇ ਸਨ। ਸਾਰੇ ਹਿੰਦੀ ਉਹਨਾਂ ਦਾ ਆਦਰ ਕਰਦੇ ਸਨ ਤੇ ਉਹਨਾਂ ਪਰ ਭਰੋਸਾ ਕਰਦੇ ਸਨ। ਮੈਂ ਵੀ ਉਹਨਾਂ ਦੇ ਪਾਸ ਹੀ ਜਾ ਕੇ ਰਿਹਾ। ਭਾਵੇਂ ਬਾਬਾ ਭਕਨਾ ਨੇ ਤਾਂ ਆਪਣੀ ਲਿਖਤ ਅੰਦਰ ਇਸ ਦਾ ਜ਼ਿਕਰ ਨਹੀਂ ਕੀਤਾ, ਪਰ ਉਸ ਵੇਲੇ ਭਾਈ ਕਰਤਾਰ ਸਿੰਘ ਸਰਾਭਾ ਵੀ ਉੱਥੇ ਹੀ ਸੀ ਤੇ ਆਪਣੇ ਪਿੰਡ ਦੇ ਭਾਈਆਂ ਰੁੜੀਆ ਸਿੰਘ ਤੇ ਅਰਜਨ ਸਿੰਘ ਨਾਲ ਉਸੇ ਹੀ ਮਿੱਲ ਵਿੱਚ ਕੰਮ ਕਰਦਾ ਸੀ। ਪਿੱਛੇ ਚੌਥੇ ਕਾਂਡ ਵਿੱਚ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਬਾਬਾ ਜਵਾਲਾ ਸਿੰਘ ਤੇ ਭਾਈ ਆਨੰਦ ਸਿੰਘ ਸੀਰਾ ਵੈਨਕੂਵਰ ਨੂੰ ਜਾਂਦੇ ਹੋਏ ਰਸਤੇ ਵਿੱਚ ਭਾਈ ਸਰਾਭਾ ਤੇ ਉਸ ਦੇ ਸਾਥੀਆਂ ਕੋਲ ਹੀ ਠਹਿਰੇ ਸਨ। ਨੌਜਵਾਨ ਭਾਈ ਬੰਤਾ ਸਿੰਘ ਸੰਘਵਾਲ
ਤੇ ਭਾਈ ਗਾਂਧਾ ਸਿੰਘ ਕੱਚਰ ਭੰਨ, ਜਿਨ੍ਹਾਂ ਨੇ ਪਿੱਛੋਂ ਜਾ ਕੇ ਗਦਰ ਲਹਿਰ ਅੰਦਰ ਬਹੁਤ ਹੀ ਮਹੱਤਵਪੂਰਨ ਰੋਲ ਨਿਭਾਇਆ ਅਤੇ ਅਖੀਰ ਵਿੱਚ ਪੂਰੀ ਆਨ ਤੇ ਸ਼ਾਨ ਨਾਲ ਸ਼ਹਾਦਤਾਂ ਦਿੱਤੀਆਂ, ਵੀ ਇੱਥੇ ਹੀ ਕੰਮ ਕਰਦੇ ਸਨ। ਭਾਈ ਕੇਸਰ ਸਿੰਘ ਤੇ ਬਾਬਾ ਜਵਾਲਾ ਸਿੰਘ ਪਹਿਲਾਂ ਹੀ ਇੱਕ ਦੂਸਰੇ ਤੋਂ ਵਾਕਿਫ ਸਨ। ਭਾਈ ਕੇਸਰ ਸਿੰਘ ਦੇ ਦਿਲ ਅੰਦਰ ਬਾਬਾ ਜੀ ਪ੍ਰਤੀ ਬੇਹੱਦ ਸਤਿਕਾਰ ਸੀ। ਜਦੋਂ ਬਾਬਾ ਜਵਾਲਾ ਸਿੰਘ ਉਸ ਨੂੰ ਮਿਲਣ ਲਈ ਉਸ ਕੋਲ ਗਏ ਤਾਂ ਉਸ ਨੇ ਉਹਨਾਂ ਦਾ ਸਨੇਹ ਭਰਿਆ ਸਵਾਗਤ ਕਰਦਿਆਂ ਇਹ ਸ਼ਬਦ ਬੋਲੇ ਸਨ, ਲਓ ਭਾਈ, ਅਸੀਂ ਜਿਨ੍ਹਾਂ ਦਾ ਨਾਂ ਲੈ ਕੇ ਲੋਕਾਂ ਨੂੰ ਦੇਸ਼ ਸੇਵਾ ਵੱਲ ਪ੍ਰੇਰਦੇ ਸਾਂ, ਅੱਜ ਸਾਨੂੰ ਸਾਡੇ ਘਰ ਹੀ ਆ ਮਿਲੇ ਹਨ। ਬਾਬਾ ਸੋਹਣ ਸਿੰਘ ਭਕਨਾ ਬਾਬਾ ਜਵਾਲਾ ਸਿੰਘ ਹੋਰਾਂ ਦੇ ਅਸਟੋਰੀਆ ਪਹੁੰਚਣ ਤੋਂ ਪਹਿਲਾਂ ਹੀ 1 ਮਹੀਨਾ ਪੂਰਾ ਕਰਕੇ ਪੋਰਟਲੈਂਡ ਪਰਤ ਗਏ ਸਨ ਅਤੇ ਉੱਥੇ ਫਿਰ ਤੋਂ ਲਿੰਡਨ ਮਿੱਲ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਪਰ ਅਸਟੋਰੀਆ ਵਿੱਚ ਉਹਨਾਂ ਨੇ ਭਾਈ ਕੇਸਰ ਸਿੰਘ ਨਾਲ ਵਿਚਾਰਾਂ ਕਰਕੇ ਜਥੇਬੰਦੀ ਬਣਾਉਣ ਦੀ ਦਿਸ਼ਾ ਵਿੱਚ ਇਤਿਹਾਸਕ ਕਦਮ ਪੁੱਟ ਲਿਆ ਸੀ। ਬਾਬਾ ਜੀ ਨੇ ਲਿਖਿਆ ਹੈ, ਜਦੋਂ ਸਾਡੀ ਆਪੋ ਵਿੱਚ ਕੌਮੀ ਆਜ਼ਾਦੀ ਦੇ ਹਾਣ ਲਾਭ ਸੰਬੰਧੀ ਗੱਲਬਾਤ ਹੋਈ ਤਾਂ ਅਸੀਂ ਇਸ ਸਿੱਟੇਪੁਰ ਪਹੁੰਚੇ ਕਿ ਸਿਵਾਏ ਕੁਰਬਾਨੀ ਤੇ ਕਰ ਵਿਖਾਉਣ ਤੋਂ ਜ਼ਬਾਨੀ ਜਮ੍ਹਾਂ ਖਰਚ ਕਰਨ ਨਾਲ ਕਦੀ ਆਜ਼ਾਦੀ ਨਹੀਂ ਮਿਲ ਸਕਦੀ। ਇਸ ਲਈ ਜ਼ਰੂਰੀ ਹੈ ਕਿ ਹੋਰ ਸਾਰੇ ਝਗੜੇ ਛੱਡ ਕੇ ਹੁਣ ਕੌਮੀ ਜੰਗ ਛੇੜੀ ਜਾਵੇ ਤੇ ਅਮਰੀਕਾ ਵਿੱਚ ਹਿੰਦੀ ਦੇਸ਼ ਭਗਤਾਂ ਦੀ ਇੱਕ ਅਜਿਹੀ ਫੌਜ ਤਿਆਰ ਕੀਤੀ ਜਾਵੇ ਜੋ ਮਜ਼ਹਬੀ ਤਰੇੜਾਂ ਤੋਂ ਲਾਂਭੇ ਹੋਵੇ ਤੇ ਹਿੰਦੁਸਤਾਨੀ ਨਾਤੇ ਵਜੋਂ ਉਸ ਦਾ ਹਰ ਇੱਕ ਸਿਪਾਹੀ ਆਪਣੀ ਜਨਮ ਭੂਮੀ ਦੀ ਆਜ਼ਾਦੀ ਖਾਤਰ ਉਸ ਵਿੱਚ ਭਰਤੀ ਹੋਵੇ। ਜਿੱਚਰ ਹਿੰਦੁਸਤਾਨ ਵਿੱਚ ਅਸੀਂ ਆਪਣੀ ਕੌਮੀ ਆਜ਼ਾਦੀ ਕਾਇਮ ਨਹੀਂ ਕਰ ਲੈਂਦੇ, ਉਹਨਾਂ ਚਿਰ ਦੁਨੀਆ ਵਿੱਚ ਸਾਡੀ ਨਰਾਦਰੀ ਤੇ ਬੇਪਤੀ ਜ਼ਰੂਰ ਹੀ ਹੁੰਦੀ ਰਹੇਗੀ। ਆਖਰ ਅਸਾਂ ਦੋਹਾਂ ਇਹ ਨਿਸ਼ਚਾ ਕੀਤਾ ਕਿ ਐਤਵਾਰ ਵਾਲੇ ਦਿਨ ਇੱਕ ਆਮ ਇਕੱਠ ਕੀਤਾ ਜਾਵੇ ਤੇ ਇੱਕ ਸੁਸਾਇਟੀ ਇਸ ਉਦੇਸ਼ ਨੂੰ ਪੂਰਾ ਕਰਨ ਲਈ ਕਾਇਮ ਕੀਤੀ ਜਾਵੇ। ਮੁੱਕਦੀ ਗੱਲ, ਐਤਵਾਰ ਨੂੰ ਹਿੰਦੀਆਂ ਦਾ ਇੱਕ ਆਮ ਦੀਵਾਨ ਕੀਤਾ ਗਿਆ, ਜਿਸ ਵਿੱਚ ਕੌਮੀ ਬੇਇੱਜ਼ਤੀ ਤੇ ਉਸ ਦੇ ਕਾਰਨਾਂ ਪਰ ਖੁੱਲ੍ਹੀ ਵਿਚਾਰ ਤੇ ਚਰਚਾਵਾਦ ਹੁੰਦੀ ਰਹੀ। ਆਖਰ ਸਾਰਿਆਂ ਇਸ ਗੱਲ ਨੂੰ ਮੰਨਿਆ ਕਿ ਸਾਡੀਆਂ ਸਾਰੀਆਂ ਬੇਪਤੀਆਂ ਦੀ ਜੜ ਸਾਡੀ ਗੁਲਾਮੀ ਹੀ ਹੈ। ਜਦੋਂ ਤੀਕ ਆਜ਼ਾਦੀ ਪ੍ਰਾਪਤ ਨਾ ਹੋਵੇਗੀ, ਉਹਨਾਂ ਚਿਰ ਦੁਨੀਆ ਵਿੱਚ ਸਾਡੀ ਇਹ ਦੁਰਦਸ਼ਾ ਹੁੰਦੀ ਹੀ ਰਹੇਗੀ। ਉਪਰੰਤ ਇਸ ਰੋਗ ਦੇ ਇਲਾਜ ਦਾ ਸਵਾਲ ਪੇਸ਼ ਹੋਇਆ ਤੇ ਆਮ ਰਾਏ ਦੇ ਆਧਾਰ ਪਰ ਫੈਸਲਾ ਹੋਇਆ ਕਿ ਖਾਲਸ ਹਿੰਦੀਆਂ ਦੀ ਸਭਾ ਕਾਇਮ ਕੀਤੀ ਜਾਵੇ ਜੋ ਮਜ਼ਹਬੀ ਝਗੜੇ ਝਾਂਜੇ ਤੋਂ ਨਿਰਲੇਪ ਹੋਵੇ। ਇਸ ਪੁਰ ਕਈ ਦੇਸ਼ ਭਗਤਾਂ ਨੇ ਆਪਣੇ ਨਾਮ ਪੇਸ਼ ਕੀਤੇ ਅਤੇ ਤਨ ਮਨ ਤੇ ਧਨ ਦੁਆਰਾ ਸੇਵਾ ਕਰਨ ਦਾ ਪ੍ਰਣ ਕੀਤਾ। ਇਨ੍ਹਾਂ ਪ੍ਰਣ ਕਰਨ ਵਾਲਿਆਂ ਵਿੱਚੋਂ ਭਾਈ ਬੰਤਾ ਸਿੰਘ ਦਾ ਨਾਮ ਖਾਸ ਹੈ, ਜਿਨ੍ਹਾਂ ਨੇ ਕਹਿਣੀ ਨੂੰ ਕਰਨੀ ਵਿੱਚ, ਕਰਨੀ ਦੇ ਸੱਚੇ ਵਿੱਚ ਢਾਲ ਵਿਖਾਇਆ ਤੇ ਜਨਮ ਭੂਮੀ ਦੇ ਨਾਮਪੁਰ ਆਪਣਾ ਤਨ ਮਨ ਧਨ ਸਭ ਕੁਝ ਵਾਰ ਸੁੱਟਿਆ। ਇੱਥੇ ਨੋਟ ਕਰਨ ਵਾਲੀ ਅਹਿਮ ਗੱਲ ਇਹ ਹੈ ਕਿ ਉਪਰੋਕਤ ਮੀਟਿੰਗ ਬਾਬਾ ਸੋਹਣ ਸਿੰਘ ਭਕਨਾ ਤੇ ਭਾਈ ਕੇਸਰ ਸਿੰਘ ਨੇ ਨਰੋਲ ਆਪਣੀ ਪਹਿਲ ਕਦਮੀ ਤੇ ਬੁਲਾਈ ਸੀ। ਉਦੋਂ ਤੱਕ ਉਹਨਾਂ ਦਾ ਲਾਲਾ ਹਰਦਿਆਲ ਨਾਲ ਕੋਈ ਤਾਲਮੇਲ ਨਹੀਂ ਹੋਇਆ ਸੀ। ਉਹ ਕਿਸੇ ਵਿਦਵਾਨ ਦੇ ਭੜਕਾਏ ਇਸ ਰਾਹ ਨਹੀਂ ਪਏ ਸਨ, ਬਲਕਿ ਵਕਤ ਦੇ ਥਪੇੜੇ ਝੱਲ ਕੇ ਇਸ ਸਿੱਟੇ ਤੇ ਪਹੁੰਚੇ ਸਨ ਕਿ ਕੌਮੀ ਆਜ਼ਾਦੀ ਹਾਸਲ ਕਰਨ ਤੋਂ ਬਿਨਾਂ ਉਹਨਾਂ ਦੇ ਦੁੱਖਾਂ ਦਾ ਕੋਈ ਹੱਲ ਨਹੀਂ ਹੋਣਾ ਅਤੇ ਕੌਮੀ ਆਜ਼ਾਦੀ ਹਾਸਲ ਕਰਨ ਲਈ ਲਹੂ 20ਵੀਂ ਜੰਗ ਲੜਨੀ ਪੈਣੀ ਹੈ, ਜਿਸ ਦੇ ਵਾਸਤੇ ਸਾਰੇ ਵਰਗਾਂ ਦੇ ਭਾਰਤੀਆਂ ਦੀ ਸਾਂਝੀ ਜਥੇਬੰਦੀ ਜਾਂ ਫੌਜ ਬਣਾਉਣੀ ਪਹਿਲੀ ਲੋੜ ਸੀ। ਉਹਨਾਂ ਨੇ ਅਸਟੋਰੀਆ ਵਿਖੇ ਇਸ ਦਿਸ਼ਾ ਵਿੱਚ ਪਹਿਲਾ ਕਦਮ ਪੁੱਟਦਿਆਂ ਹਿੰਦੀ ਮਹਾਸਭਾ ਦੇ ਨਾਮ ਹੇਠਾਂ ਜਥੇਬੰਦੀ ਦੀ ਮੁੱਢਲੀ ਬੁਨਿਆਦ ਧਰ ਦਿੱਤੀ ਸੀ। ਨਵਾਬ ਖਾਨ, ਜਿਹੜਾ ਇਸ ਮੀਟਿੰਗ ਵਿੱਚ ਹਾਜ਼ਰ ਸੀ, ਅਨੁਸਾਰ ਜਥੇਬੰਦੀ ਦਾ ਨਾਮ ਹਿੰਦੁਸਤਾਨੀ ਐਸੋਸੀਏਸ਼ਨ ਰੱਖਿਆ ਗਿਆ ਸੀ। ਭਾਈ ਕੇਸਰ ਸਿੰਘ ਨੂੰ ਇਸ ਸਭਾ ਦਾ ਪ੍ਰਧਾਨ ਤੇ ਬਾਬਾ ਸੋਹਣ ਸਿੰਘ ਭਕਨਾ ਨੂੰ ਸਕੱਤਰ ਨਾਮਜ਼ਦ ਕੀਤਾ ਗਿਆ। ਬਾਬਾ ਜੀ ਦੇ ਕਥਨ ਅਨੁਸਾਰ ਇੱਕ ਮੁਸਲਮਾਨ ਨੂੰ ਇਸ ਦਾ ਮੀਤ ਪ੍ਰਧਾਨ ਚੁਣਿਆ ਗਿਆ। ਇਹ ਮੁਸਲਮਾਨ ਕਰੀਮ ਬਖਸ਼ ਸੀ, ਜਿਹੜਾ ਜਾਪਦਾ ਹੈ ਬਾਅਦ ਵਿੱਚ ਗੈਰ ਸਰਗਰਮ ਹੋ ਗਿਆ ਸੀ। ਬਾਬਾ ਜਵਾਲਾ ਸਿੰਘ ਨੇ ਲਿਖਿਆ ਹੈ ਕਿ ਅਸਟੋਰੀਆ ਵਿੱਚ ਉਹਨਾਂ ਨੂੰ ਭਾਰਤੀਆਂ ਦੀ ਨਵੀਂ ਬਣੀ ਸਭਾ ਦੀ ਖਬਰ ਮਿਲ ਗਈ ਸੀ। ਵੈਨਕੂਵਰ ਨੂੰ ਜਾਂਦਿਆਂ ਜਦੋਂ ਭਾਈ ਆਨੰਦ ਸਿੰਘ ਸੀਹਰਾ ਪੋਰਟਲੈਂਡ ਰੁਕੇ ਸਨ ਤਾਂ ਉੱਥੇ ਉਹਨਾਂ ਦੀ ਬਾਬਾ ਭਕਨਾ ਨਾਲ ਮੁਲਾਕਾਤ ਹੋ ਗਈ ਸੀ। ਸੁਭਾਵਿਕ ਤੌਰ ਤੇ ਉਹਨਾਂ ਨੇ ਆਪਸ ਵਿੱਚ
ਇਸ ਭਖੇ ਮਸਲੇ ਬਾਰੇ ਜ਼ਰੂਰ ਚਰਚਾ ਕੀਤੀ ਹੋਵੇਗੀ। ਬਾਬਾ ਭਕਨਾ ਤੇ ਅਸਟੋਰੀਆ ਤੋਂ ਵਾਪਸ ਲਿੰਟਨ ਜਾ ਕੇ ਪੰਡਿਤ ਕਾਂਸ਼ੀ ਰਾਮ ਨੂੰ ਹਿੰਦੀ ਮਹਾਸਭਾ ਬਣਾਉਣ ਦੀ ਉਤਸ਼ਾਹਜਨਕ ਖਬਰ ਦੇਣ ਦਾ ਮਨ ਬਣਾਇਆ। ਬਾਬਾ ਜੀ ਦੇ ਆਪਣੇ ਸ਼ਬਦਾਂ ਵਿੱਚ, ਮੈਂ ਐਤਵਾਰ ਨੂੰ ਪੰਡਿਤ ਕਾਂਸ਼ੀ ਰਾਮ ਨਾਲ ਗੱਲਬਾਤ ਕਰਨ ਦੇ ਇਰਾਦੇ ਨਾਲ ਸੈਂਟ ਜਹਾਨ ਦੇ ਕਾਰਖਾਨੇ ਵਿੱਚ ਗਿਆ। ਇਹ ਕਾਰਖਾਨਾ ਸਾਡੇ ਕਾਰਖਾਨੇ ਤੋਂ ਕੋਈ 2-2.5 ਮੀਲ ਦੀ ਵਿੱਥ ਸੀ। ਅਸਟੋਰੀਆ ਵਿੱਚ ਹਿੰਦੀ ਮਹਾਸਭਾ ਕਾਇਮ ਹੋਣ ਦਾ ਸਾਰਾ ਬਿਰਤਾਂਤ ਮੈਂ ਭਾਈ ਕਾਂਸ਼ੀ ਰਾਮ ਨੂੰ ਸੁਣਾਇਆ। ਉਹ ਸੁਣ ਕੇ ਬਹੁਤ ਖੁਸ਼ ਹੋਏ। ਭਾਈ ਰਾਮ ਰੱਖਾ ਵੀ ਉਨੀ ਦਿਨੀ ਕਾਂਸ਼ੀ ਰਾਮ ਕੋਲ ਹੀ ਰਹਿੰਦੇ ਸਨ। ਉਹਨਾਂ ਨੇ ਵੀ ਬੜੇ ਪ੍ਰੇਮ ਨਾਲ ਮੇਰੀ ਗੱਲਬਾਤ ਸੁਣੀ ਤੇ ਆਖਿਆ, ਮੈਂ ਵੀ ਸਭਾ ਦਾ ਮੈਂਬਰ ਬਣਨ ਲਈ ਤਿਆਰ ਹਾਂ। ਸੈਂਟ ਜਾਨ ਵਿੱਚ ਰਹਿਣ ਵਾਲੇ ਹੋਰਨਾਂ ਹਿੰਦੀਆਂ ਨੇ ਵੀ ਸਭਾ ਦੇ ਮੈਂਬਰ ਬਣਨ ਦਾ ਭਰੋਸਾ ਦਿਵਾਇਆ। ਆਖਰ ਮੈਂ ਭਾਈ ਕਾਂਸ਼ੀ ਰਾਮ ਜੀ ਤੋਂ ਪੁੱਛਿਆ ਕਿ ਕੋਈ ਇਹੋ ਜਿਹਾ ਸੱਜਣ ਵੀ ਹੈ ਜਿਸ ਤੋਂ ਅਸੀਂ ਅਖਬਾਰ ਕੱਢਣ ਦਾ ਕੰਮ ਲੈ ਸਕੀਏ, ਪਰ ਹੋਵੇ ਦੇਸ਼ ਭਗਤ ਤੇ ਸੱਚਾ ਸੁੱਚਾ, ਜਿਸ ਪਰ ਪੂਰਾ ਭਰੋਸਾ ਕੀਤਾ ਜਾ ਸਕੇ ਅਤੇ ਅਖਬਾਰ ਦਾ ਸਾਰਾ ਕੰਮ ਉਸ ਦੇ ਸਪੁਰਦ ਕੀਤਾ ਜਾ ਸਕੇ। ਕਿਉਂ ਜੋ ਬਿਨਾਂ ਅਖਬਾਰ ਤੋਂ ਅਸੀਂ ਅਮਰੀਕਾ ਵਿੱਚ ਫਿਰ ਟੁਰ ਕੇ ਪ੍ਰਚਾਰ ਨਹੀਂ ਕਰ ਸਕਦੇ ਤੇ ਨਾ ਹੀ ਸਾਡੇ ਪਾਸ ਇੰਨਾ ਰੁਪਇਆ ਹੈ ਜੋ ਗੱਡੀਆਂ ਦੇ ਭਾੜੇ ਪਰ ਖਰਚ ਕੀਤਾ ਜਾਵੇ ਤੇ ਪ੍ਰਚਾਰਕਾਂ ਨੂੰ ਸਫ਼ਰ ਖਰਚ ਦਿੱਤਾ ਜਾਵੇ। ਅਸੀਂ ਅਜੇ ਇਹ ਗੱਲਾਂ ਕਰ ਹੀ ਰਹੇ ਸੀ ਕਿ ਬਾਹਰੋਂ ਠਾਕਰਦਾਸ ਆ ਗਿਆ। ਉਹ ਹੁਣੇ ਜਿਹੇ ਹੀ ਕੈਲੀਫੋਰਨੀਆ ਤੋਂ ਆਇਆ ਸੀ। ਕਾਂਸ਼ੀ ਰਾਮ ਨੇ ਅਸਾਂ ਦੋਹਾਂ ਦੀ ਜਾਣ ਪਛਾਣ ਕਰਾਈ ਤੇ ਫਿਰ ਗੱਲਬਾਤ ਛਿੜ ਪਈ। ਠਾਕਰਦਾਸ ਨੇ ਕਿਹਾ ਕਿ ਲਾਲਾ ਹਰਦਿਆਲ ਸਾਨ ਫਰਾਂਸਿਸਕੋ ਵਿੱਚ ਰਹਿੰਦੇ ਨੇ। ਜੇ ਆਪ ਉਹਨਾਂ ਨੂੰ ਇਹ ਕੰਮ ਸੌਂਪ ਦਿਓ ਤਾਂ ਮੇਰੀ ਜਾਚੇ ਉਹ ਇਸ ਕੰਮ ਨੂੰ ਚੰਗੀ ਤਰ੍ਹਾਂ ਚਲਾ ਸਕਣਗੇ। ਲਾਲਾ ਹਰਦਿਆਲ ਦੇ ਕਈ ਲੇਖ ਮੈਂ ਅਖਬਾਰਾਂ ਵਿੱਚ ਪੜ੍ਹੇ ਸਨ, ਪਰ ਮੈਂ ਉਹਨਾਂ ਦੀ ਰੂਹ ਦਾ ਸਿਆਣੂ ਨਹੀਂ ਸਾਂ। ਆਖਰ ਭਾਈ ਕਾਂਸ਼ੀ ਰਾਮ, ਠਾਕਰਦਾਸ, ਰਾਮ ਰੱਖਾ ਤੇ ਹੋਰ ਵੀ ਸਾਰੇ ਸੱਜਣਾ ਨੇ ਇਹੋ ਸਲਾਹ ਦਿੱਤੀ ਕਿ ਲਾਲਾ ਹਰਦਿਆਲ ਨੂੰ ਓਰੇਗਨ ਸੱਦ ਲਿਆ ਜਾਵੇ ਤੇ ਉਹਨਾਂ ਨਾਲ ਇਸ ਕੰਮ ਬਾਰੇ ਸਲਾਹ ਮਸ਼ਵਰਾ ਕਰ ਲਿਆ ਜਾਵੇ। ਆਖਰ ਮੈਂ ਲਾਲਾ ਹਰਦਿਆਲ ਨੂੰ ਖਤ ਲਿਖਣ ਦਾ ਕੰਮ ਭਾਈ ਕਾਂਸ਼ੀ ਰਾਮ ਦੇ ਜ਼ਿੰਮੇ ਲਾ ਕੇ ਆਪਣੇ ਕਾਰਖਾਨੇ ਨੂੰ ਮੁੜ ਆਇਆ। ਉਪਰੋਕਤ ਗੱਲਬਾਤ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਬਾਬਾ ਭਕਨਾ ਹੋਰਾਂ ਨੇ ਲਾਲਾ ਹਰਦਿਆਲ ਨਾਲ ਮੇਲ ਜੋਲ ਹੋਣ ਤੋਂ ਪਹਿਲਾਂ ਹੀ ਆਜ਼ਾਦੀ ਦਾ ਪ੍ਰਚਾਰ ਕਰਨ ਲਈ ਅਖਬਾਰ ਕੱਢਣ ਦਾ ਨਿਰਣਾ ਕਰ ਲਿਆ ਸੀ ਅਤੇ ਉਹ ਇਸ ਵਾਸਤੇ ਕਿਸੇ ਯੋਗ ਬੰਦੇ ਦੀ ਤਲਾਸ਼ ਵਿੱਚ ਸਨ। ਲਾਲਾ ਠਾਕਰਦਾਸ ਵੱਲੋਂ 10 ਪਾਉਣ ਤੇ ਉਹਨਾਂ ਨੇ ਲਾਲਾ ਹਰਦਿਆਲ ਨੂੰ ਸੇਂਟ ਜਾਨ ਬੁਲਾਉਣ ਦਾ ਫੈਸਲਾ ਕੀਤਾ ਸੀ, ਜਿਸ ਮੁਤਾਬਕ ਭਾਈ ਕਾਂਸ਼ੀ ਰਾਮ ਤੇ ਠਾਕਰਦਾਸ ਨੇ ਚਿੱਠੀ ਲਿਖ ਕੇ ਲਾਲਾ ਹਰਦਿਆਲ ਨੂੰ ਸੇਂਟ ਜਾਨ ਆਉਣ ਦਾ ਸੱਦਾ ਦਿੱਤਾ। ਇਹ ਗੱਲ ਚਿੱਠੀ ਵਿੱਚ ਵੀ ਸਪਸ਼ਟ ਕੀਤੀ ਗਈ ਸੀ। ਇਸ ਸੱਦੇ ਤੇ ਲਾਲਾ ਹਰਦਿਆਲ ਤੇ ਭਾਈ ਪਰਮਾਨੰਦ ਦੋਨੋਂ ਇਕੱਠੇ ਸਾਨ ਫਰਾਂਸਿਸਕੋ ਤੋਂ ਸੇਂਟ ਜਾਨ ਪਹੁੰਚੇ। ਉਹਨਾਂ ਦੀ ਸੇਂਟ ਜਾਨ ਵਿਖੇ ਆਮਦ ਬਾਰੇ ਵੱਖ-ਵੱਖ ਲੋਕਾਂ ਨੇ ਅੱਡ-ਅੱਡ ਤਰੀਕਾਂ ਦਿੱਤੀਆਂ ਹਨ, ਪਰ ਸਾਰੇ ਤੱਥਾਂ ਦੀ ਪੁਣਛਾਣ ਕਰਨ ਤੋਂ ਬਾਅਦ ਜ਼ਿਆਦਾ ਠੀਕ ਇਹ ਲੱਗਦਾ ਹੈ ਕਿ ਉਹ ਮਾਰਚ 1913 ਦੇ ਆਖਰੀ ਹਫ਼ਤੇ ਸੇਂਟ ਜਾਨ ਪਹੁੰਚੇ, ਜਿੱਥੇ ਉਹਨਾਂ ਨੇ 25 ਮਾਰਚ ਨੂੰ ਭਾਈ ਕਾਂਸ਼ੀ ਰਾਮ ਦੀ ਰਿਹਾਇਸ਼ ਵਿਖੇ ਭਾਰਤੀ ਅਵਾਸੀਆਂ ਦੀ ਇੱਕ ਸਭਾ ਬੁਲਾਈ ਅਤੇ ਉੱਥੇ ਦੇਸ਼ ਤੇ ਦੁਨੀਆ ਦੇ ਹਾਲਾਤ ਬਾਰੇ ਅਤੇ ਇਹਨਾਂ ਦੀ ਰੌਸ਼ਨੀ ਵਿੱਚ ਭਾਰਤ ਦੀ ਆਜ਼ਾਦੀ ਲਈ ਨਿੱਘਰ ਕਦਮ ਪੁੱਟਣ ਦੇ ਮਨੋਰਥ ਨਾਲ ਅਮਰੀਕਾ ਅੰਦਰ ਸਾਰੇ ਭਾਰਤੀਆਂ ਦੀ ਇੱਕ ਸਾਂਝੀ ਕੇਂਦਰੀ ਜਥੇਬੰਦੀ ਬਣਾਉਣ ਬਾਬਤ ਭਰਵੀਂ ਵਿਚਾਰ ਚਰਚਾ ਹੋਈ। ਬਾਬਾ ਭਕਨਾ ਨੇ ਇਹ ਮੀਟਿੰਗ ਮਈ ਵਿੱਚ ਹੋਈ ਦੱਸੀ ਹੈ, ਪਰ ਜਾਪਦਾ ਹੈ ਕਿ ਬਾਬਾ ਜੀ ਕੋਲੋਂ ਭੁਲੇਖੇ ਨਾਲ ਇਹ ਮੀਟਿੰਗ ਅੱਗੇ ਜਾ ਕੇ ਪਾਰਟੀ ਬਣਾਉਣ ਲਈ ਮਈ ਵਿੱਚ ਅਸਟੋਰੀਆ ਵਿਖੇ ਹੋਈ ਵੱਡੀ ਮੀਟਿੰਗ ਨਾਲ ਰਲਗੱਡ ਹੋ ਗਈ ਹੈ। ਇਸ ਚਰਚਾ ਦਾ ਘੇਰਾ ਹੋਰ ਵਿਸ਼ਾਲ ਕਰਨ ਦੇ ਮਨੋਰਥ ਨਾਲ ਅਗਲੇ ਦਿਨਾਂ ਅੰਦਰ ਕਰਮਵਾਰ ਪੋਰਟਲੈਂਡ, ਲਿੰਟਨ, ਬਰਾਈਡਲ ਵੀਲ ਤੇ ਵਿਨਾ ਵਿਖੇ ਵੀ ਅਜਿਹੀਆਂ ਮੀਟਿੰਗਾਂ ਕੀਤੀਆਂ ਗਈਆਂ। ਕੰਮਾਂ ਕਾਰਾਂ ਵਾਲੇ ਬੰਦਿਆਂ ਦੀ ਮੀਟਿੰਗ ਸਿਰਫ ਛੁੱਟੀ ਵਾਲੇ ਦਿਨ ਐਤਵਾਰ ਹੀ ਹੋ ਸਕਦੀ ਸੀ। ਇਸ ਕਰਕੇ ਕਈ ਹਫ਼ਤੇ ਇਹਨਾਂ ਮੀਟਿੰਗਾਂ ਵਿੱਚ ਗੁਜ਼ਰ ਗਏ। ਅੰਤ ਵਿੱਚ 30 ਮਈ ਨੂੰ ਅਸਟੋਰੀਆ ਵਿੱਚ ਓਰੇਗਨ ਰਿਆਸਤ ਦੇ 100 ਦੇ ਕਰੀਬ ਭਾਰਤੀ ਇਕੱਤਰ ਹੋਏ। ਬਾਬਾ ਭਕਨਾ ਨੇ ਇਸ ਦਾ ਵੇਰਵਾ ਇੰਜ ਦਿੱਤਾ ਹੈ। ਅਸਟੋਰੀਆ ਦੇ ਹਿੰਦੀਆਂ ਵੱਲੋਂ ਦੇਸ਼ ਭਗਤ ਭਾਈ ਬਲਵੰਤ ਸਿੰਘ ਇੱਥੇ ਬਾਬਾ ਜੀ ਦਾ ਭਾਵ ਭਾਈ ਬੰਤਾ ਸਿੰਘ ਸੰਘਵਾਲ ਤੋਂ ਹੈ ਲੇਖਕ, ਤੇ ਇੱਕ ਹੋਰ ਸੱਜਣ ਜੀ ਸਾਰੇ
ਓਰੇਗਾਨ ਦੇ ਹਿੰਦੀਆਂ ਨੂੰ ਅਸਟੋਰੀਆ ਵਿੱਚ ਦਰਸ਼ਨ ਦੇਣ ਲਈ ਬੇਨਤੀ ਕਰਨ ਆਏ। ਇਹ ਸੱਦਾ ਪੱਤਰ ਪੋਰਟਲੈਂਡ ਦੇ ਆਲੇ ਦੁਆਲੇ ਦੇ ਸਾਰੇ ਹਿੰਦੀ ਭਾਈ ਹਰਦਿਆਲ ਸਿੰਘ ਸਮੇਤ ਪੁੱਜੇ। ਅਸਟੋਰੀਆ ਵਾਲਿਆਂ ਨੇ ਬਾਹਰੋਂ ਆਏ ਭਰਾਵਾਂ ਦਾ ਆਦਰ ਭਾਅ ਤੇ ਚਾਉ ਨਾਲ ਸਵਾਗਤ ਕੀਤਾ। ਹੁਣ ਅਸਟੋਰੀਆ ਵਿੱਚ ਸਾਰੇ ਹਿੰਦੀ ਆਣ ਜੁੜੇ। ਲੈਕਚਰ ਆਦਿ ਹੋ ਚੁੱਕਣ ਮਗਰੋਂ ਆਮ ਰਾਏ ਦੇ ਆਧਾਰ ਪਰ ਇਹ ਫੈਸਲਾ ਹੋਇਆ ਕਿ ਨਵੇਂ ਸਿਰਿਓਂ ਫਿਰ ਨਵੀਂ ਚੋਣ ਕਰਕੇ ਇੱਕ ਬਕਾਇਦਾ ਸੁਸਾਇਟੀ ਕਾਇਮ ਕੀਤੀ ਜਾਵੇ, ਜਿਸ ਦਾ ਮੁੱਖ ਮੰਤਵ ਹਿੰਦੁਸਤਾਨ ਨੂੰ ਆਜ਼ਾਦ ਕਰਾਉਣਾ ਹੋਵੇ। ਇਸ ਉਦੇਸ਼ ਨੂੰ ਸਾਹਮਣੇ ਰੱਖ ਕੇ ਨਵੀਂ ਚੋਣ ਕੀਤੀ ਗਈ ਤੇ ਹਿੰਦੀ ਮਹਾਸਭਾ ਦੀ ਥਾਂ ਇਸ ਦਾ ਨਾਮ ਹਿੰਦੀ ਐਸੋਸੀਏਸ਼ਨ ਰੱਖਿਆ ਗਿਆ। ਮਗਰੋਂ ਜੋ ਗਰਦਰ ਪਾਰਟੀ ਕਰਕੇ ਮਸ਼ਹੂਰ ਹੋਈ, ਇਸ ਦੇ ਚੀਫ ਸੈਕਟਰੀ ਲਾਲਾ ਹਰਦਿਆਲ ਜੀ, ਪ੍ਰਧਾਨ ਮੈਂ ਤੇ ਮੀਤ ਪ੍ਰਧਾਨ ਭਾਈ ਕੇਸਰ ਸਿੰਘ ਜੀ ਅਤੇ ਖਜ਼ਾਨਚੀ ਭਾਈ ਕਾਂਚੀ ਰਾਮ ਜੀ ਥਾਪੇ ਗਏ। ਗਦਰ ਪਾਰਟੀ ਦਾ ਮੁੱਖ ਮੰਤਵ, ਉਸ ਦੇ ਨਿਯਮ, ਉਪ ਨਿਯਮ ਤੇ ਪਾਰਟੀ ਦੇ ਮੈਂਬਰਾਂ ਦੇ ਫਰਜ਼ ਇੱਕ ਕਮੇਟੀ ਦੀ ਦੀਰਘ ਵਿਚਾਰ ਦੁਆਰਾ ਬਣਾਏ ਗਏ। ਖੂਫੀਆ ਕੰਮਾਂ ਲਈ ਉਚਿਤ ਫੈਸਲੇ ਲੈਣ ਬਰੀ ਗੁਪਤ ਕਮਿਸ਼ਨ ਬਣਾਇਆ। ਚੀਫ ਸੈਕਟਰੀ ਤੇ ਖਜ਼ਾਨਚੀ ਸ਼ਾਮਲ ਕੀਤੇ ਗਏ। ਹਥਿਆਰਬੰਦ ਜੰਗ ਨਾਲ ਜੁੜੇ ਹੋਏ ਅਤ ਖੂਫੀਆ ਮਾਮਲੇ ਇਸ ਗੁਪਤ ਕਮਿਸ਼ਨ ਅੰਦਰ ਹੀ ਵਿਚਾਰੇ ਜਾਂਦੇ ਸਨ। ਭਾਈ ਕਰਤਾਰ ਸਿੰਘ ਸਰਾਭਾ ਜਨਵਰੀ ਵਿੱਚ ਪੜ੍ਹਾਈ ਆਰੰਭ ਕਰਨ ਦੇ ਇਰਾਦੇ ਨਾਲ ਅਸਟੋਰੀਆ ਤੋਂ ਬਰਕਲੀ ਚਲਾ ਗਿਆ ਸੀ, ਜਿਸ ਕਰਕੇ ਉਹ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕਿਆ ਸੀ। ਅਸਟੋਰੀਆ ਤੋਂ ਭਾਈ ਬੰਤ ਸਿੰਘ ਸੰਘਵਾਲ, ਭਾਈ ਗਾਂਧਾ ਸਿੰਘ ਮੁਨਸ਼ੀ ਰਾਮ ਤੇ ਭਾਈ ਰੁਲੀਆ ਸਿੰਘ ਸਰਾਭਾ, ਬਰਾਈਡਲ ਵੀਲ ਤੋਂ ਭਾਈ ਹਰਨਾਮ ਸਿੰਘ, ਕੋਟਲਾ ਨੌਧ ਸਿੰਘ, ਪੋਰਟਲੈਂਡ ਤੋਂ ਮਾਸਟਰ ਊਧਮ ਸਿੰਘ ਕਸੇਲ ਅਤੇ ਸੇਂਟ ਜਹਨ ਤੋਂ ਭਾਈ ਕਾਂਚੀ ਰਾਮ ਤੇ ਭਾਈ ਰਾਮ ਰੱਖਾ ਆਦਿ ਪ੍ਰਮੁੱਖ ਵਿਅਕਤੀ ਇਸ ਮੀਟਿੰਗ ਵਿੱਚ ਹਾਜ਼ਰ ਸਨ। ਅਹਿਮ ਫੈਸਲੇ। ਇਸ ਸਭਾ ਵਿੱਚ ਪ੍ਰਚਾਰ ਕਰਨ ਲਈ ਜਥੇਬੰਦੀ ਤਰਫੋਂ ਫੌਰੀ ਅਖਬਾਰ ਚਾਲੂ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਲਾਲਾ ਹਰਦਿਆਲ ਨੂੰ ਅਖਬਾਰ ਦੇ ਸੰਪਾਦਕ ਦੀ ਜ਼ਿੰਮੇਵਾਰੀ ਸੌਂਪੀ ਗਈ। ਜਥੇਬੰਦੀ ਦਾ ਕੇਂਦਰ ਸਥਾਪਿਤ ਕਰਨ ਲਈ ਸਾਨ ਫਰਾਂਸਿਸਕੋ ਸ਼ਹਿਰ ਚੁਣਿਆ ਗਿਆ। ਇਸ ਦਾ ਵੱਡਾ ਕਾਰਨ ਇਹ ਸੀ ਕਿ ਇਹ ਸ਼ਹਿਰ ਉਸ ਵੇਲੇ ਦੁਨੀਆ ਦੀਆਂ ਬਹੁਤ ਸਾਰੀਆਂ ਇਨਕਲਾਬੀ ਲਹਿਰਾਂ ਜਿਵੇਂ ਆਇਰਲੈਂਡ, ਤੁਰਕੀ, ਚੀਨ, ਮਿਸਰ ਤੇ ਹੋਰ ਦਾ ਕੇਂਦਰ ਬਣਿਆ ਹੋਇਆ ਸੀ ਅਤੇ ਉੱਥੋਂ ਇਨ੍ਹਾਂ ਲਹਿਰਾਂ ਨਾਲ ਤਾਲਮੇਲ ਸਥਾਪਿਤ ਕਰਨ ਦੀ ਸਹੂਲਤ ਦਾ ਫਾਇਦਾ ਉਠਾਇਆ ਜਾ ਸਕਦਾ ਸੀ। ਲਾਲੇ ਦੇ ਸੁਝਾਅ ਦੇਣ ਤੇ ਅਖਬਾਰ ਦਾ ਨਾਮ ਗਦਰ ਅਤੇ ਜਥੇਬੰਦੀ ਦੇ ਕੇਂਦਰ ਦਾ ਨਾਮ ਜੁਗਾਂਤਰ ਆਸ਼ਰਮ ਰੱਖਣਾ ਤੈਅ ਹੋਇਆ। ਆਪਸੀ ਦੁਆ ਸਲਾਮ ਲਈ ਬੰਦੇ ਮਾਤਰਮ ਦਾ ਨਾਅਰਾ ਪ੍ਰਵਾਨ ਕੀਤਾ ਗਿਆ। ਇਸ ਤ੍ਰੈ ਨਾਮਾਵਲੀ ਦੇ ਪਿੱਛੇ ਲਾਲਾ ਹਰਦਿਆਲ ਦਾ ਹੀ ਦਿਮਾਗ ਕੰਮ ਕਰਦਾ ਸੀ। ਇਹ ਤਿੰਨੋਂ ਹੀ ਨਾਮ ਹਿੰਦੂ ਰਾਸ਼ਟਰਵਾਦ ਦੇ ਚਿੰਨ੍ਹ ਬਣ ਚੁੱਕੇ ਸਨ, ਜੋ ਬੰਗਾਲੀ ਹਿੰਦੂ ਰਾਸ਼ਟਰਵਾਦੀਆਂ ਅੰਦਰ ਖਾਸ ਤੌਰ ਤੇ ਮਕਬੂਲ ਹੋ ਚੁੱਕੇ ਸਨ। ਹਿੰਦੂ ਤਵੀ ਵਿਚਾਰਧਾਰਾ ਦੇ ਪ੍ਰਮੁੱਖ ਘਾੜੇ ਵਿਨਾਇਕ ਦਮੋਦਰ ਸਾਵਰਕਰ ਨੇ 1857 ਦੇ ਗਦਰ ਦੁਆਲੇ ਹਿੰਦੂ ਬਿਰਤਾਂਤ ਨੈਰੇਟਿਵ ਸਿਰਜ ਕੇ ਹਿੰਦੂ ਸਵਰਨ ਜਾਤੀਆਂ ਲਈ ਬਰਤਾਨਵੀ ਗੁਲਾਮੀ ਤੋਂ ਛੁਟਕਾਰਾ ਪਾਉਣ ਤੇ ਹਿੰਦੂ ਰਾਸ਼ਟਰ ਉਸਾਰਨ ਦਾ ਸਪਸ਼ਟ ਰਾਸ਼ਟਰੀ ਏਜੰਡਾ ਤੇ ਯੁੱਧ ਪੈਂਤੜਾ ਤੈਅ ਕਰ ਦਿੱਤਾ ਸੀ। ਉਸ ਨੇ 1857 ਦੇ ਗਦਰ ਬਾਰੇ ਲਿਖੀ ਕਿਤਾਬ ਅੰਦਰ ਇਹ ਨਿਸ਼ਚਿਤ ਮਤ ਪ੍ਰਗਟ ਕੀਤਾ ਸੀ ਕਿ ਜੇਕਰ ਉਸ ਵਕਤ ਸਿੱਖ ਫੌਜਾਂ ਅੰਗਰੇਜ਼ਾਂ ਦਾ ਸਾਥ ਨਾ ਦਿੰਦੀਆਂ ਤਾਂ ਅੰਗਰੇਜ਼ਾਂ ਦੀ ਹਾਰ ਪੱਕੀ ਸੀ। ਇਸ ਕਰਕੇ ਉਸ ਨੇ ਭਵਿੱਖ ਅੰਦਰ ਭਾਰਤੀ ਸੈਨਿਕਾਂ ਦੀ ਮਦਦ ਨਾਲ ਅੰਗਰੇਜ਼ੀ ਹਕੂਮਤ ਦੇ ਵਿਰੁੱਧ ਭਾਰਤੀਆਂ ਦੀ ਬਗਾਵਤ ਨੂੰ ਸਫਲ ਬਣਾਉਣ ਲਈ ਸਿੱਖਾਂ ਦੀ ਹਮਾਇਤ ਹਾਸਲ ਕਰਨ ਦੀ ਯੁੱਧ ਨੀਤਕ ਮਹੱਤਤਾ ਦਰਸਾ ਦਿੱਤੀ ਸੀ। ਅਖਬਾਰ ਦਾ ਨਾਮ ਗਦਰ ਸੁਝਾਉਣ ਵੇਲੇ ਬਾਬਾ ਹਰਦਿਆਲ ਦੇ ਦਿਮਾਗ ਅੰਦਰ ਸਾਵਰਕਰ ਦੀ ਉਪਰੋਕਤ ਧਾਰਨਾ ਘੁੰਮ ਰਹੀ ਸੀ। ਉਸ ਨੇ ਕੈਲੀਫੋਰਨੀਆ ਅੰਦਰ ਸਿੱਖ ਕਿਸਾਨਾਂ ਦੇ ਇਨਕਲਾਬੀ ਜੋਸ਼ ਦਾ ਖੁਦ ਸਿੱਧਾ ਅਨੁਭਵ ਕਰ ਲਿਆ ਸੀ। ਉਹ ਇਸ ਜੋਸ਼ ਨੂੰ ਹਿੰਦੂ ਰਾਸ਼ਟਰਵਾਦ ਦੀ ਸੇਵਾ ਵਿੱਚ ਭਗਤਾਉਣ ਦੀ ਇੱਛਾ ਰੱਖਦਾ ਸੀ। ਇਸ ਕਰਕੇ ਉਸ ਨੇ ਅਸ਼ੋਪਲੇ ਤੌਰ ਤੇ ਸਿੱਖਾਂ ਅੰਦਰ ਹਿੰਦੂ ਰਾਸ਼ਟਰਵਾਦੀ ਨਾਮਾਵਲੀ ਪ੍ਰਚਲਿਤ ਕਰਨ ਦੀ ਚਲਾਕੀ ਕੀਤੀ ਸੀ। ਉਸ ਵੇਲੇ ਤੱਕ ਸਿੱਖ ਇਸ ਖਤਰੇ ਵੱਲੋਂ ਉੱਕਾ ਹੀ ਬੇਖਬਰ ਸਨ। ਸਿੰਘ ਸਭਾ ਲਹਿਰ ਤੇ ਆਰੀਆ ਸਮਾਜ ਵਿਚਕਾਰ ਜਿੰਨੀ ਵੀ ਸਿਧਾਂਤਕ ਬਹਿਸ ਹੋਈ ਉਹ ਧਰਮ ਦੇ ਖੇਤਰ ਤੱਕ ਸੀਮਤ ਸੀ। ਹਿੰਦੂਵਾਦ ਤੇ ਰਾਜਸੀ ਬੰਨਿਓ ਖਤਰੇ ਬਾਰੇ ਸਿੱਖ ਜ਼ਿਆਦਾਤਰ ਅਵੇਸਲੇ ਹੀ ਰਹੇ। ਅਮਰੀਕੀ ਦੀਪ ਅੰਦਰਲੇ ਸਿੱਖਾਂ ਨੂੰ
ਬੰਗਾਲ ਅੰਦਰ ਕਿਰਿਆਸ਼ੀਲ ਹਿੰਦੂ ਰਾਸ਼ਟਰਵਾਦੀ ਰੁਝਾਨ ਬਾਰੇ ਬਹੁਤੀ ਵਾਕਫੀਅਤ ਨਹੀਂ ਸੀ, ਜਿਸ ਕਰਕੇ ਉਹਨਾਂ ਨੇ ਲਾਲਾ ਹਰਦਿਆਲ ਵੱਲੋਂ ਸੁਝਾਈ ਤ੍ਰੈ ਨਾਮਾਵਲੀ ਨੂੰ ਬਿਨਾਂ ਸ਼ੱਕ ਕੀਤੇ ਖੁਸ਼ੀ ਨਾਲ ਪ੍ਰਵਾਨ ਕਰ ਲਿਆ ਸੀ। ਲਾਲਾ ਹਰਦਿਆਲ ਤਾਂ ਜਥੇਬੰਦੀ ਦਾ ਨਾਮ ਵੀ ਹਿੰਦੀ ਐਸੋਸੀਏਸ਼ਨ ਦੀ ਥਾਵੇਂ ਹਿੰਦੂ ਐਸੋਸੀਏਸ਼ਨ ਰੱਖਣਾ ਚਾਹੁੰਦਾ ਸੀ, ਕਿਉਂਕਿ ਉਸ ਵੇਲੇ ਅਮਰੀਕਾ ਕੈਨੇਡਾ ਅੰਦਰ ਸਾਰੇ ਭਾਰਤੀਆਂ ਨੂੰ ਹਿੰਦੂ ਦੇ ਆਮ ਨਾਮ ਨਾਲ ਹੀ ਜਾਣਿਆ ਜਾਂਦਾ ਸੀ। ਲਾਲਾ ਇਸ ਗਲਤ ਰੀਤ ਦਾ ਧਾਰਮਿਕ ਫਾਇਦਾ ਉਠਾਉਣਾ ਚਾਹੁੰਦਾ ਸੀ, ਪਰ ਸਿੰਘ ਸਭਾ ਲਹਿਰ ਨੇ ਸਿੱਖਾਂ ਅੰਦਰ ਇੰਨੀ ਕੁ ਸੋਝੀ ਲੈ ਆਂਦੀ ਸੀ ਕਿ ਸਿੱਖ ਹਿੰਦੂ ਨਹੀਂ ਹਨ। ਇਸ ਕਰਕੇ ਅਮਰੀਕੀ ਲੋਕ ਭਾਰਤੀ ਸਮਾਜ ਬਾਰੇ ਅਣਜਾਣ ਹੋਣ ਕਰਕੇ ਜੋ ਮਰਜ਼ੀ ਕਹਿ ਲੈਂਦੇ, ਪਰ ਸਿੱਖਾਂ ਲਈ ਆਪਣੇ ਮੂੰਹੋਂ ਆਪਣੇ ਆਪ ਨੂੰ ਹਿੰਦੂ ਕਹਾਉਣਾ ਕੁਰੈਤ ਲੱਗਦੀ ਸੀ, ਜਿਸ ਕਰਕੇ ਉਹਨਾਂ ਨੇ ਜਥੇਬੰਦੀ ਦੇ ਨਾਮ ਬਾਰੇ ਲਾਲਾ ਹਰਦਿਆਲ ਦੀ ਤਜਵੀਜ਼ ਠੁਕਰਾ ਦਿੱਤੀ ਸੀ। ਆਦਰਸ਼ ਤੇ ਨਿਯਮ। ਭਖਵੀਂ ਵਿਚਾਰ ਚਰਚਾ ਤੋਂ ਬਾਅਦ ਆਮ ਸਹਿਮਤੀ ਨਾਲ ਜਥੇਬੰਦੀ ਦੇ ਆਦਰਸ਼, ਨਿਯਮ ਤੇ ਉਪ ਨਿਯਮ ਵੀ ਤੈਅ ਕਰ ਲਏ ਗਏ ਸਨ। ਇਹਨਾਂ ਦਾ ਮੌਲਿਕ ਲਿਖਤੀ ਸਰੂਪ ਕਿਤੋਂ ਨਹੀਂ ਮਿਲਦਾ, ਪਰ ਬਾਅਦ ਵਿੱਚ ਬਾਬਾ ਸੋਹਣ ਸਿੰਘ ਭਕਨਾ ਨੇ ਜੇਲ੍ਹ ਅੰਦਰ ਆਪਣੀ ਪਲੇਠੀ ਆਤਮ ਕਥਾ ਲਿਖਣ ਵੇਲੇ ਯਾਦਾਸ਼ਤ ਦੇ ਆਸਰੇ ਇਹਨਾਂ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਕਰਨ ਦਾ ਸੁਹਿਰਦ ਯਤਨ ਕੀਤਾ। ਬਾਅਦ ਵਿੱਚ ਜਿਹੜੇ ਲਿਖਾਰੀਆਂ ਨੇ ਗਦਰ ਪਾਰਟੀ ਦਾ ਇਤਿਹਾਸ ਲਿਖਿਆ, ਉਹਨਾਂ ਚੋਂ ਜ਼ਿਆਦਾਤਰ ਨੇ ਇਸ ਉੱਤੇ ਆਪਣੀ ਵਿਚਾਰਧਾਰਾ ਦਾ ਰੰਗ ਚਾੜ੍ਹਨ ਦੀਆਂ ਕੋਸ਼ਿਸ਼ਾਂ ਕੀਤੀਆਂ। ਬਾਬਾ ਭਕਨਾ ਦੀ ਲਿਖਤ ਵਿੱਚੋਂ ਗਦਰ ਪਾਰਟੀ ਦੀਆਂ ਬੁਨਿਆਦੀ ਸਿਧਾਂਤਕ ਪੋਜੀਸ਼ਨਾਂ ਦੀ ਮੂਲ ਭਾਵਨਾ ਸਪਸ਼ਟ ਹੋ ਜਾਂਦੀ ਹੈ। ਉਸ ਵੇਲੇ ਭਾਰਤ ਦੇ ਲੋਕਾਂ ਦੀ ਏਕਤਾ ਤੇ ਜਥੇਬੰਦੀ ਦੇ ਰਾਹ ਵਿੱਚ ਦੋ ਵੱਡੀਆਂ ਰੁਕਾਵਟਾਂ ਸਨ। ਇੱਕ, ਭਾਰਤੀ ਸਮਾਜ ਅੰਦਰ ਪ੍ਰਚਲਿਤ ਜਾਤ-ਪਾਤੀ ਭੇਦਭਾਵ ਦੀ ਬ੍ਰਾਹਮਣਵਾਦੀ ਪ੍ਰਥਾ। ਦੂਜਾ, ਆਪਸੀ ਧਾਰਮਿਕ ਝਗੜੇ ਤੇ ਕਲੇਸ਼। ਇਹ ਝਗੜੇ ਮੁੱਖ ਰੂਪ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਵਿਚਕਾਰ ਵਧੇਰੇ ਸਨ। ਇਸ ਦਾ ਵੱਡਾ ਕਾਰਨ ਹਿੰਦੂ ਪੁਨਰਵਾਦ ਅਥਵਾ ਵੈਦਿਕ ਸ਼ਾਵਨਵਾਦ ਸੀ। ਜਿਵੇਂ ਪਿੱਛੇ ਦੂਜੇ ਕਾਂਡ ਵਿੱਚ ਦਰਸਾਇਆ ਗਿਆ ਹੈ, ਹਿੰਦੂ ਉੱਚ ਜਾਤੀਆਂ ਅੰਦਰ ਆਪਣੀ ਪੁਰਾਤਨ ਸ਼ਾਨ ਤੇ ਬੁਲੰਦੀ ਬਹਾਲ ਕਰਨ ਦਾ ਪੁਨਰ ਉਥਾਨੀ ਵਰਤਾਰਾ ਜ਼ੋਰ ਫੜ ਗਿਆ ਸੀ, ਜਿਸ ਦੇ ਤਰਕਪੂਰਨ ਨਤੀਜੇ ਵਜੋਂ ਉਹਨਾਂ ਅੰਦਰ ਜਾਤ ਅਭਿਮਾਨ ਤੇ ਬਹੁ ਗਿਣਤੀ ਦੇ ਗਰੂਰ ਦੀ ਕਰੁਚੀ ਪ੍ਰਫੁੱਲਤ ਹੋ ਗਈ ਸੀ। ਉਹ ਘੱਟ ਗਿਣਤੀ ਧਾਰਮਿਕ ਭਾਈਚਾਰਿਆਂ, ਖਾਸ ਕਰਕੇ ਮੁਸਲਮਾਨਾਂ ਨਾਲ ਵਧੀਕੀਆਂ ਤੇ ਧੱਕੇਸ਼ਾਹੀਆਂ ਕਰਨ ਲੱਗ ਪਏ ਸਨ। ਵੈਦਿਕ ਸ਼ਾਵਨਵਾਦ ਦੇ ਪ੍ਰਭਾਵ ਹੇਠ ਹਿੰਦੂਆਂ ਨੇ ਸਿੱਖ ਧਰਮ ਨੂੰ ਵੱਖਰਾ ਤੇ ਸੁਤੰਤਰ ਧਰਮ ਮੰਨਣ ਤੋਂ ਇਨਕਾਰ ਕਰਦਿਆਂ ਇਸ ਨੂੰ ਹਿੰਦੂ ਧਰਮ ਦੇ ਖਾਰੇ ਸਮੁੰਦਰ ਅੰਦਰ ਜਜ਼ਬ ਕਰਨ ਦੀਆਂ ਖਾਹਿਸ਼ਾਂ ਪ੍ਰਗਟਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਸਮਾਜੀ ਸੱਭਿਆਚਾਰਕ ਪਿਛੋਕੜ ਵਿੱਚ ਗਦਰ ਪਾਰਟੀ ਦੇ ਬਾਨੀਆਂ ਨੇ ਇਸ ਕੌਮੀ ਲਾਭ-ਹਾਨ ਨੂੰ ਸਮਝਦਿਆਂ ਹੋਇਆਂ ਜਾਤ-ਪਾਤ ਦੇ ਵੱਟ ਬੰਨੇ ਭੰਨ ਕੇ ਆਪਣੇ ਸਾਹਮਣੇ ਕੌਮੀ ਆਦਰਸ਼ ਰੱਖਿਆ ਤੇ ਇੱਕ ਸੁਸਾਇਟੀ ਕਾਇਮ ਕੀਤੀ, ਜਿਸ ਵਿੱਚ ਹਰ ਇੱਕ ਹਿੰਦੀ, ਭਾਵੇਂ ਉਹ ਆਸਤਕ ਹੋਵੇ ਜਾਂ ਨਾਸਤਕ, ਹਿੰਦੂ ਹੋਵੇ ਜਾਂ ਮੁਸਲਮਾਨ, ਸਿੱਖ ਹੋਵੇ ਭਾਵੇਂ ਈਸਾਈ, ਹਿੰਦੀ ਹੁੰਦਾ ਹੋਇਆ ਦਾਖਲ ਹੋ ਸਕਦਾ ਸੀ ਤੇ ਹੋਇਆ। ਇਹ ਤੈਅ ਕੀਤਾ ਗਿਆ ਕਿ ਗਦਰ ਪਾਰਟੀ ਦੇ ਹਰ ਇੱਕ ਸਿਪਾਹੀ ਦਾ ਆਪੋ ਵਿੱਚ ਦੀ ਕੌਮੀ ਨਾਤਾ ਹੋਵੇਗਾ, ਨਾ ਕਿ ਮਜ਼ਹਬੀ, ਤੇ ਨਾ ਹੀ ਗਦਰ ਪਾਰਟੀ ਵਿੱਚ ਕਦੇ ਮਜ਼ਹਬੀ ਚਰਚਾਵਾਦ ਹੋ ਸਕੇਗਾ। ਪਿਛਲੀ ਲਗਭਗ ਅੱਧੀ ਸਦੀ ਦੇ ਦੌਰਾਨ ਧਰਮ ਨਿਰਪੱਖ ਰਾਸ਼ਟਰਵਾਦ ਦੇ ਪੁਜਾਰੀ ਵਿਦਵਾਨਾਂ ਤੇ ਲਿਖਾਰੀਆਂ ਨੇ ਗਦਰ ਪਾਰਟੀ ਦੀ ਉਪਰੋਕਤ ਸਿਧਾਂਤਕ ਪੋਜੀਸ਼ਨ ਨੂੰ ਬਹੁਤ ਵਿਗਾੜ ਕੇ ਪੇਸ਼ ਕੀਤਾ ਹੈ। ਇਸ ਨੂੰ ਧਰਮ ਨਿਰਲੇਪਵਾਦ ਨਾਲ ਮੇਲਿਆ ਗਿਆ ਹੈ, ਜਦੋਂ ਕਿ ਉਸ ਵੇਲੇ ਤੱਕ ਸੈਕੂਲਰਿਜ਼ਮ ਦਾ ਸੰਕਲਪ ਤੇ ਪਦ ਲਹਿਰ ਅੰਦਰ ਅਜੇ ਪ੍ਰਚਲਿਤ ਨਹੀਂ ਹੋਇਆ ਸੀ। ਉਸ ਵੇਲੇ ਦੇਸ਼ ਦੀ ਆਜ਼ਾਦੀ ਲਈ ਸਰਗਰਮ ਬੰਗਾਲੀ ਤੇ ਮਰਾਠੀ ਹਿੰਦੂ ਰਾਸ਼ਟਰਵਾਦੀਏ, ਆਰੀਆ ਸਮਾਜੀ, ਸਿੱਖ ਦੇਸ਼ ਭਗਤ ਆਦਿ ਸਾਰੇ ਦੇਸ਼ ਪ੍ਰੇਮੀ ਆਪਣੇ ਆਪਣੇ ਧਰਮਾਂ ਤੋਂ ਉਤਸ਼ਾਹ ਤੇ ਪ੍ਰੇਰਨਾ ਲੈਂਦੇ ਸਨ। ਕੋਈ ਵੀ ਧਰਮ ਆਪਣੇ ਆਪ ਵਿੱਚ ਆਪਸੀ ਵਿਰੋਧ ਤੇ ਬਖੇੜੇ ਖੜੇ ਨਹੀਂ ਕਰਦਾ ਸੀ। ਝਗੜਾ ਉਦੋਂ ਖੜਾ ਹੁੰਦਾ ਸੀ ਜਦੋਂ ਇੱਕ ਭਾਈਚਾਰੇ ਵੱਲੋਂ ਆਪਣੇ ਧਰਮ ਨੂੰ ਆਨੀ ਬਹਾਨੀ ਦੂਸਰਿਆਂ ਉੱਤੇ ਮੜਨ ਦਾ ਜਾਂ ਦੂਸਰੇ ਧਰਮ ਦੀ ਸੁਤੰਤਰ ਹਸਤੀ ਨੂੰ ਨਕਾਰਨ ਜਾਂ ਨੁਕਸਾਨਣ ਦਾ ਯਤਨ ਕੀਤਾ ਜਾਂਦਾ ਸੀ, ਅਤੇ ਜਾਂ ਦੂਸਰੇ ਧਰਮ ਨੂੰ ਨੀਵਾਂ ਦਿਖਾਉਣ ਲਈ ਉਸ ਦੀ ਗੈਰ ਵਾਜਬ ਨਿੰਦਿਆ ਪੜਚੋਲ ਕੀਤੀ ਜਾਂਦੀ ਸੀ।
ਗਦਰ ਪਾਰਟੀ ਦੇ ਨਿਯਮਾਂ ਵਿੱਚ ਇਸ ਗੱਲ ਨੂੰ ਹੀ ਮਜ਼ਹਬੀ ਚਰਚਾਵਾਦ ਦਾ ਨਾਮ ਦਿੱਤਾ ਗਿਆ ਸੀ, ਜਿਸ ਦੀ ਜਥੇਬੰਦੀ ਅੰਦਰ ਪੂਰਨ ਮਨਾਹੀ ਕੀਤੀ ਗਈ ਸੀ। ਆਪਣੇ ਧਰਮ ਨੂੰ ਦੂਸਰੇ ਸਾਰੇ ਧਰਮਾਂ ਨਾਲੋਂ ਪੁਰਾਣਾ ਤੇ ਉੱਤਮ ਸਮਝਣ ਦੀ ਸ਼ਾਵਨਵਾਦੀ ਭਾਵਨਾ ਜ਼ਿਆਦਾ ਹਿੰਦੂ ਉੱਚ ਜਾਤੀਆਂ ਵਿੱਚ ਹੀ ਸੀ। ਇਹਨਾਂ ਦਾ ਦੂਸਰਿਆਂ ਪ੍ਰਤੀ ਰੁਖ ਹਮਲਾਵਰ ਤੇ ਵਤੀਰਾ ਝਗੜਾਲੂ ਸੀ। ਘੱਟ ਗਿਣਤੀ ਧਾਰਮਿਕ ਭਾਈਚਾਰਿਆਂ ਦੇ ਸਰੋਕਾਰ ਰੱਖਿਆਤਮਕ ਸਨ। ਉਹ ਆਪਣੀ ਰੱਖਿਆ ਦੀ ਲੜਾਈ ਲੜ ਰਹੇ ਸਨ। ਆਮ ਤੌਰ ਤੇ ਵਧੀਕੀ ਹਿੰਦੂਆਂ ਵੱਲੋਂ ਹੁੰਦੀ ਸੀ। ਇਸ ਕਰਕੇ ਗਦਰ ਪਾਰਟੀ ਦੇ ਬਾਨੀਆਂ ਨੇ ਮਜ਼ਹਬੀ ਚਰਚਾਵਾਦ ਉੱਤੇ ਪਾਬੰਦੀ ਲਾ ਕੇ ਇੱਕ ਲਿਹਾਜ਼ ਨਾਲ ਹਿੰਦੂ ਹੰਕਾਰਵਾਦ ਦਾ ਰਾਹ ਬੰਦ ਕਰ ਦਿੱਤਾ ਸੀ। ਜਦੋਂ ਵੀ ਅੰਗਰੇਜ਼ ਸਰਕਾਰ ਵੱਲੋਂ ਕਿਸੇ ਵੀ ਧਰਮ ਨਾਲ ਵਧੀਕੀ ਕਰਨ ਦਾ ਮਾਮਲਾ ਸਾਹਮਣੇ ਆਇਆ, ਉੱਥੇ ਗਦਰ ਪਾਰਟੀ ਨੇ ਪੀੜਤ ਭਾਈਚਾਰੇ ਦੇ ਧਾਰਮਿਕ ਜਜ਼ਬਾਤ ਨੂੰ ਅੰਗਰੇਜ਼ ਸਰਕਾਰ ਵਿਰੁੱਧ ਲਾਮਬੰਦ ਕਰਨ ਦੇ ਪਰਜ਼ੋਰ ਯਤਨ ਕੀਤੇ, ਜਿਸ ਤੋਂ ਪਤਾ ਚੱਲਦਾ ਹੈ ਕਿ ਗਦਰ ਪਾਰਟੀ ਦਾ ਧਰਮ ਪ੍ਰਤੀ ਨਜ਼ਰੀਆ ਨਕਾਰਾਤਮਕ ਜਾਂ ਬੇਵਾਸਤਗੀ ਵਾਲਾ ਨਹੀਂ ਸੀ। ਇਹ ਸਕਾਰਾਤਮਕ ਤੇ ਸੰਵੇਦਨਸ਼ੀਲਤਾ ਵਾਲਾ ਸੀ। ਗਦਰ ਅਖਬਾਰ ਦੇ ਹਰ ਅੰਕ ਵਿੱਚ ਦਮੋਦਰ ਸਵਾਰਕਰ ਦੀ 1857 ਦੇ ਗਦਰ ਬਾਰੇ 1905 ਵਿੱਚ ਇੰਗਲੈਂਡ ਤੋਂ ਲਿਖੀ ਕਿਤਾਬ ਵਿੱਚੋਂ ਕੁਝ ਅੰਸ਼ ਛਾਪੇ ਜਾਂਦੇ ਸਨ। ਪੰਜਾਬੀ ਗਦਰ ਦੇ ਪਹਿਲੇ ਹੀ ਅੰਕ ਵਿੱਚ ਧਰਮ ਤੇ ਰਾਜਨੀਤੀ ਦੇ ਆਪਸੀ ਰਿਸ਼ਤੇ ਬਾਰੇ ਸਾਵਰਕਰ ਦੇ ਹੇਠ ਲਿਖੇ ਵਿਚਾਰ ਛਾਪੇ ਗਏ ਸਨ। 1857 ਦੇ ਗਦਰ ਦੇ ਦੋ ਬੜੇ ਅਸੂਲ ਸਨ, ਸੋ ਧਰਮ ਤੇ ਸੁਰਾਜ, ਯਾਨੀ ਆਪਣਾ ਧਰਮ ਤੇ ਰਾਜ। ਹਿੰਦੂ ਮੁਸਲਮਾਨਾਂ ਨੇ ਆਪਣੇ ਮਜ਼ਹਬ ਤੇ ਰਾਜ ਦੀ ਖਾਤਰ ਇਹ ਲੜਾਈ ਛੇੜੀ। ਸੁਰਾਜ ਤੇ ਧਰਮ ਦਾ ਆਪਸ ਵਿੱਚ ਬੜਾ ਭਾਰੀ ਨਾਤਾ ਹੈ। ਆਪਣੇ ਰਾਜ ਬਿਨਾਂ ਧਰਮ ਨਹੀਂ ਰਹਿ ਸਕਦਾ। ਇਸ ਤੋਂ ਧਰਮ ਬਾਰੇ ਗਦਰ ਪਾਰਟੀ ਦੇ ਸਕਾਰਾਤਮਕ ਰਵੱਈਏ ਦੀ ਪੁਸ਼ਟੀ ਹੁੰਦੀ ਹੈ। ਉਸ ਵੇਲੇ ਸਿੱਖਾਂ ਦਾ ਕਿਸੇ ਦੂਸਰੇ ਧਰਮ ਜਾਂ ਧਾਰਮਿਕ ਭਾਈਚਾਰੇ ਨਾਲ ਕੋਈ ਝਗੜਾ ਨਹੀਂ ਸੀ। ਉਹ ਮੁੱਖ ਤੌਰ ਤੇ ਆਪਣੀ ਸੁਤੰਤਰ ਹਸਤੀ ਨੂੰ ਬਚਾਉਣ ਦੀ ਲੜਾਈ ਲੜ ਰਹੇ ਸਨ। ਜਦੋਂ ਕਿਸੇ ਹਿੰਦੂ ਧਾਰਮਿਕ ਸੰਸਥਾ ਨੇ ਵੈਦਿਕ ਸ਼ਾਵਨਵਾਦ ਦੇ ਪ੍ਰਭਾਵ ਹੇਠ ਸਿੱਖ ਧਰਮ ਦੀ ਸੁਤੰਤਰ ਹੋਂਦ ਨੂੰ ਨਕਾਰਨ ਦੀ ਗੁਸਤਾਖੀ ਕੀਤੀ, ਤਾਂ ਸਿੱਖਾਂ ਨੇ ਬਾਦਲੀਲ ਤੇ ਤਹਿਜ਼ੀਬ ਜ਼ਾਫਤਾ ਢੰਗਾਂ ਨਾਲ ਇਸ ਨੂੰ ਚੁਣੌਤੀ ਦਿੱਤੀ। ਵੈਸੇ ਗਦਰ ਪਾਰਟੀ ਦੀ ਸਥਾਪਨਾ ਦੇ ਵਰ੍ਹਿਆਂ ਅੰਦਰ ਉਹਨਾਂ ਦੇ ਜ਼ਿਆਦਾਤਰ ਧਾਰਮਿਕ ਮਸਲੇ ਬਸਤੀਵਾਦੀ ਸਰਕਾਰ ਨਾਲ ਹੀ ਖੜੇ ਹੋਏ। ਜਿਵੇਂ ਕਿ ਅਸੀਂ ਅੱਗੇ ਜਾ ਕੇ ਦੇਖਾਂਗੇ, ਇਹਨਾਂ ਸਾਰੇ ਮਸਲਿਆਂ ਤੇ ਗਦਰ ਪਾਰਟੀ ਨੇ ਸਿੱਖਾਂ ਦੇ ਨਿਆਂਈ ਪੱਖ ਦੀ ਡਟਵੀਂ ਤੇ ਪਰਜ਼ੋਰ ਹਮਾਇਤ ਕੀਤੀ ਸੀ ਅਤੇ ਇਸ ਸਦਕਾ ਪਾਰਟੀ ਨੂੰ ਹੋਰ ਕਿਸੇ ਵੀ ਧਾਰਮਿਕ ਭਾਈਚਾਰੇ ਦੀ ਤੁਲਨਾ ਵਿੱਚ ਸਿੱਖ ਭਾਈਚਾਰੇ ਦੀ ਕਿਤੇ ਜ਼ਿਆਦਾ ਤੇ ਪੁਰਜੋਸ਼ ਹਮਾਇਤ ਹਾਸਲ ਹੋਈ ਸੀ। ਰਾਸ਼ਟਰਵਾਦ ਦੇ ਪੈਰੋਕਾਰ ਵਿਦਵਾਨਾਂ ਤੇ ਲਿਖਾਰੀਆਂ ਵੱਲੋਂ ਧਰਮ ਵਾਂਗੂ ਹੀ ਗਦਰੀ ਬਾਬਿਆਂ ਦੀਆਂ ਲਿਖਤਾਂ ਅੰਦਰ ਕੌਮ ਜਾਂ ਕੌਮੀਅਤ ਦੇ ਪਦ ਦੀ ਵਰਤੋਂ ਨੂੰ ਲੈ ਕੇ ਵੀ ਬਹੁਤ ਸਿਧਾਂਤਕ ਭੁਲੇਖਾ ਪਾਉਣ ਦੇ ਯਤਨ ਕੀਤੇ ਗਏ ਹਨ। ਗਦਰੀ ਬਾਬਿਆਂ, ਖਾਸ ਕਰਕੇ ਬਾਬਾ ਸੋਹਣ ਸਿੰਘ ਭਕਨਾ ਦੀਆਂ ਸਮੁੱਚੀਆਂ ਲਿਖਤਾਂ ਨੂੰ ਜੇਕਰ ਗਹੁ ਨਾਲ ਵਾਚਿਆ ਜਾਵੇ ਤਾਂ ਇਹ ਜਾਣਨ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ ਕਿ ਉਹਨਾਂ ਨੇ ਕੌਮ ਪਦ ਦੀ ਵਰਤੋਂ ਬਹੁਤ ਖੁੱਲ੍ਹੇ ਡੁੱਲੇ ਅਰਥਾਂ ਵਿੱਚ ਕੀਤੀ ਹੈ। ਕੌਮ ਤੋਂ ਉਹਨਾਂ ਦੀ ਮੁਰਾਦ ਦੇਸ਼ ਸੀ। ਉਸ ਵੇਲੇ ਗਦਰੀ ਬਾਬਿਆਂ, ਜਿਹੜੇ ਕਿ ਬਹੁਤ ਘੱਟ ਪੜ੍ਹੇ ਹੋਏ ਸਨ, ਨੂੰ ਤਾਂ ਕਿ ਭਾਰਤ ਦੇ ਬਹੁਤ ਸਾਰੇ ਪੜ੍ਹੇ ਲਿਖੇ ਵਿਦਵਾਨਾਂ ਨੂੰ ਵੀ ਕੌਮ ਤੇ ਦੇਸ਼ ਵਿਚਕਾਰ ਫਰਕ ਦਾ ਗਿਆਨ ਨਹੀਂ ਸੀ। ਅਜੇ ਤੱਕ ਵੀ ਇਹ ਦੋਨੋਂ ਪਦ ਇੱਕ ਦੂਜੇ ਦੀ ਥਾਵੇਂ ਆਮ ਵਰਤੇ ਜਾਂਦੇ ਹਨ। ਗਦਰੀ ਬਾਬਿਆਂ ਦੀਆਂ ਨਜ਼ਰਾਂ ਵਿੱਚ ਦੇਸ਼ ਲਈ ਕੰਮ ਕਰਨਾ ਕੌਮੀ ਕਾਰਜ ਸੀ ਅਤੇ ਉਹ ਦੇਸ਼ ਭਗਤੀ ਨੂੰ ਕੌਮੀਅਤ ਦੀ ਭਾਵਨਾ ਦਾ ਨਾਮ ਦਿੰਦੇ ਸਨ। ਇਸ ਕਰਕੇ ਉਹਨਾਂ ਵੱਲੋਂ ਅਣਜਾਣੇ ਵਿੱਚ ਕਈ ਵਾਰ ਦੇਸ਼ ਲਈ ਕੌਮ ਸ਼ਬਦ ਦੀ ਵਰਤੋਂ ਕਰਨ ਦਾ ਮਤਲਬ ਇਹ ਸਮਝ ਲੈਣਾ ਕਿ ਉਹ ਸਮੁੱਚੇ ਭਾਰਤ ਨੂੰ ਇੱਕੋ ਕੌਮ ਸਮਝਦੇ ਸਨ, ਉੱਕਾ ਹੀ ਠੀਕ ਨਹੀਂ ਹੈ। ਉਹਨਾਂ ਨੇ ਅਨੇਕਾਂ ਹੀ ਥਾਵਾਂ ਤੇ ਸਿੱਖ ਕੌਮ ਦਾ ਪਦ ਇਸਤੇਮਾਲ ਕੀਤਾ ਹੈ। ਸੋ ਉਹਨਾਂ ਵੱਲੋਂ ਕਈ ਵਾਰ ਦੇਸ਼ ਦੀ ਜਗ੍ਹਾ ਕੌਮ ਦਾ ਪਦ ਇਸਤੇਮਾਲ ਕਰ ਲੈਣ ਦੀ ਜੋ ਉਕਾਈ ਹੋਈ ਹੈ, ਉਸ ਨੂੰ ਰਾਸ਼ਟਰਵਾਦ ਦੀ ਸੇਵਾ ਵਿੱਚ ਭੁਗਤਾਉਣ ਦਾ ਨਾਜਾਇਜ਼ ਯਤਨ ਕਰਨਾ ਨਾ ਬੌਧਿਕ ਤੇ ਨਾ ਹੀ ਨੈਤਿਕ ਪੱਖੋਂ ਉਚਿਤ ਕਿਹਾ ਜਾ ਸਕਦਾ ਹੈ। ਤੂਫਾਨਾਂ ਦਾ ਸ਼ਾਹ ਅਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ, ਲੇਖਕ ਸਰਦਾਰ ਅਜਮੇਰ ਸਿੰਘ, ਭਾਗ 12ਵਾਂ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ
ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ।